ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ ਵਿੱਚ ਵਾਧਾ, ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ। 2000 ਪ੍ਰਵਾਸੀਆਂ ਨੇ ਲਿਆ ਫੈਸਲਾ, ਫੌਜ ਵਿੱਚ ਭਰਤੀ ਲਈ ਦਿੱਤੀ ਅਰਜ਼ੀ। ਮਾਰਗੇਜ ਰੇਟ ਵਿੱਚ ਹੋ ਰਿਹਾ ਵਾਧਾ, ਵੱਡੇ ਬੈਂਕਾਂ ਨੇ ਕੀਤਾ ਐਲਾਨ। ਕੈਲਗਰੀ 에ਅਰਪੋਰਟ ਛੁੱਟੀਆਂ ਦੇ ਸੀਜ਼ਨ ਲਈ ਤਿਆਰ, ਹਰ ਰੋਜ਼ 50,000 ਟੂਰਿਸਟ ਆਉਣ ਦਾ ਅੰਦਾਜ਼ਾ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਤੋਂ ਨਾਰਾਜ਼ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਉਹ ਪਹਿਲਾਂ ਹੀ ਕੈਨੇਡੀਅਨਸ ਦੇ ਮੁਕਾਬਲੇ ਵੱਧ ਫੀਸ ਦਿੰਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਟਿਊਸ਼ਨ ਫੀਸ ਵਿੱਚ ਵਾਧੇ ਦੀ ਯੋਜਨਾ ਬਣਾਈ ਜਾ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ ਵਿੱਚ ਵਾਧਾ ਹੋਇਆ ਤਾਂ ਵਿਦਿਆਰਥੀਆਂ ਨੇ ਇਸ ਖਿਲਾਫ ਪ੍ਰਦਰਸ਼ਨ ਕੀਤਾ। ਵੈਨਕੂਵਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਫੀਸ ਵਧਣ ਦੇ ਚੱਲਦਿਆਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਜੀ ਹਾਂ, ਵੈਨਕੂਵਰ ਦੀ ਐਮਿਲੀ ਕਾਰ ਯੂਨੀਵਰਸਿਟੀ ਆਫ ਆਰਟ ਐਂਡ ਡਿਜ਼ਾਈਨ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਟਿਊਸ਼ਨ ਫੀਸ ਅੰਦਰ ਵਾਧੇ ਕਾਰਨ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਗਿਆ। ਯੂਨੀਵਰਸਿਟੀ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 30% ਫੀਸ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਉਹ ਪਹਿਲਾਂ ਹੀ ਵੱਧ ਫੀਸ ਦੇ ਰਹੇ ਨੇ। ਇਸ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਅਜਿਹਾ ਕਰਨਾ ਠੀਕ ਨਹੀਂ। ਵਿਦਿਆਰਥੀ ਪ੍ਰਤੀ ਸਮੈਸਟਰ $9,000 ਫੀਸ ਦੇ ਰਹੇ ਹਨ, ਜੋ ਕਿ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਪਹਿਲਾਂ ਹੀ 4 ਗੁਣਾ ਵੱਧ ਹੈ। ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਫੀਸ ਵਿੱਚ 10% ਅਤੇ ਕੈਨੇਡੀਅਨਸ ਵਾਸਤੇ 2% ਦਾ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਯੂਨੀਵਰਸਿਟੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਰੂਰੀ ਹੈ ਕਿਉਂਕਿ ਉਹ ਪ੍ਰੋਵਿੰਸ ਦੇ ਯੂਨੀਵਰਸਿਟੀ ਐਕਟ ਦੇ ਅਧੀਨ ਕੰਮ ਕਰਦੇ ਹਨ ਤੇ ਪਬਲਿਕ ਪੋਸਟ ਸੈਕੰਡਰੀ ਸੰਸਥਾ ਵਜੋਂ ਸੰਤੁਲਿਤ ਬਜਟ ਪੇਸ਼ ਕਰਨਾ ਉਨ੍ਹਾਂ ਵਾਸਤੇ ਲਾਜ਼ਮੀ ਹੈ। ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਅਤੇ ਭਵਿੱਖ ਦੇ ਵਿਦਿਆਰਥੀਆਂ ਲਈ ਇੱਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਜਾਰੀ ਰੱਖਣ ਵਾਸਤੇ ਫੀਸ ਵਿੱਚ ਵਾਧੇ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਕਹਿ ਰਹੇ ਨੇ ਕਿ ਇਸ ਵਾਧੇ ਨਾਲ ਆਰਟ ਦੀ ਪੜ੍ਹਾਈ ਕਰਨ ਵਾਲੇ ਜਿਹੜੇ ਵਿਦਿਆਰਥੀ ਹਨ, ਉਹਨਾਂ ਵਾਸਤੇ ਸਿੱਖਿਆ ਪਹੁੰਚ ਤੋਂ ਬਾਹਰ ਹੋ ਸਕਦੀ ਹੈ। ਉਹ ਕਹਿੰਦੇ ਨੇ ਕਿ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਟਿਊਸ਼ਨ ਵਾਧੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਦੱਸਣਯੋਗ ਹੈ ਕਿ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਪਹਿਲਾਂ ਹੀ ਪਤਾ ਸੀ। ਯੂਨੀਵਰਸਿਟੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਵਾਧੇ ਨਾਲ ਵਿਦਿਆਰਥੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਦੇ ਹਨ, ਪਰ ਵਾਧੇ ਨੂੰ ਰੋਕਣ ਦੀ ਕੋਈ ਵੀ ਯੋਜਨਾ ਫਿਲਹਾਲ ਨਹੀਂ ਹੈ। ਇੱਕ ਪਾਸੇ ਯੂਨੀਵਰਸਿਟੀ ਨੇ ਆਪਣਾ ਫੈਸਲਾ ਸੁਣਾਇਆ ਤੇ ਦੂਜੇ ਪਾਸੇ ਵਿਦਿਆਰਥੀਆਂ ਨੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। 2000 ਤੋਂ ਵੱਧ ਪ੍ਰਵਾਸੀਆਂ ਵੱਲੋਂ ਖਾਸ ਫੈਸਲਾ ਲਿਆ ਗਿਆ। ਉਹਨਾਂ ਦਾ ਫੈਸਲਾ ਹੈ ਕਿ ਉਹ ਫੌਜ ਵਿੱਚ ਜਾਣਗੇ। ਫੌਜ ਵੱਲੋਂ ਕੁਝ ਅੰਕੜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ 2000 ਤੋਂ ਵੱਧ PR ਵੱਲੋਂ ਫੌਜ ਵਿੱਚ ਭਰਤੀ ਲਈ ਅਰਜ਼ੀ ਦਿੱਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਿਹੜੇ PR ਨੇ ਉਹ ਵੀ ਫੌਜ ਦੇ ਵਿੱਚ ਭਰਤੀ ਹੋ ਸਕਦੇ ਨੇ। ਇਸ ਵਾਸਤੇ ਅਰਜ਼ੀਆਂ ਲਈਆਂ ਜਾ ਰਹੀਆਂ ਨੇ ਤੇ ਨਵੰਬਰ ਮਹੀਨੇ ਹੁਣ ਤੱਕ ਜੋ ਅਰਜ਼ੀਆਂ ਮਿਲੀਆਂ ਨੇ ਉਹਨਾਂ ਦੀ ਗਿਣਤੀ 2000 ਤੋਂ ਵੱਧ ਦੱਸੀ ਜਾ ਰਹੀ ਹੈ। 2000 ਤੋਂ ਵੱਧ ਪ੍ਰਵਾਸੀ ਕੈਨੇਡਾ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਨੇ। ਮਿਲਟਰੀ ਨੇ ਦੱਸਿਆ ਕਿ ਉਹਨਾਂ ਨੂੰ 2400 ਅਰਜ਼ੀਆਂ ਮਿਲੀਆਂ, ਜਿੱਥੇ PR ਵੱਲੋਂ ਇਸ ਗੱਲ ਨੂੰ ਲੈ ਕੇ ਆਪਣੀ ਇੱਛਾ ਪ੍ਰਗਟਾਈ ਗਈ ਹੈ ਕਿ ਉਹ ਮਿਲਟਰੀ ਵਿੱਚ ਭਰਤੀ ਹੋਣਾ ਚਾਹੁੰਦੇ ਨੇ। ਜੀ ਹਾਂ, ਇਸ ਸਾਰੇ ਮਾਮਲੇ ਬਾਰੇ ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਚਾਹਵਾਨ PR ਦੇ ਕੋਲੋਂ ਉਹਨਾਂ ਨੂੰ ਕਈ ਅਰਜ਼ੀਆਂ ਮਿਲੀਆਂ ਹਨ। ਡਿਫੈਂਸ ਸਟਾਫ ਜਨਰਲ ਚੀਫ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ PR ਵਾਸਤੇ ਮਿਲਟਰੀ ਦੇ ਦਰਵਾਜ਼ੇ ਖੋਲ੍ਹੇ ਗਏ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਕਿਹਾ ਗਿਆ ਕਿ PR ਵੀ ਹੁਣ ਕੈਨੇਡਾ ਫੌਜ ਦੇ ਵਿੱਚ ਭਰਤੀ ਹੋ ਸਕਦੇ ਨੇ। ਡਿਫੈਂਸ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਇਸ ਬਾਰੇ ਐਲਾਨ ਕਰਦਿਆਂ ਕਿਹਾ ਗਿਆ ਕਿ ਇਹ ਨਵੇਂ ਨਿਯਮ ਕਦੋਂ ਲਾਗੂ ਹੋਣਗੇ। ਫੌਜ ਦੇ ਦੱਸਣ ਮੁਤਾਬਕ ਨਵੰਬਰ ਮਹੀਨੇ ਦੌਰਾਨ ਉਹਨਾਂ ਨੂੰ 2400 ਨਵੀਆਂ ਅਰਜ਼ੀਆਂ ਮਿਲੀਆਂ ਨੇ, ਜਿੱਥੇ ਜਿਹੜੇ ਕੈਨੇਡਾ ਵਿੱਚ ਪ੍ਰਵਾਸੀ ਪੱਕੇ ਹੋ ਗਏ ਨੇ ਉਹ ਕੈਨੇਡਾ ਦੀ ਫੌਜ ਵਿੱਚ ਜਾਣ ਦੀ ਇੱਛਾ ਪ੍ਰਗਟਾ ਰਹੇ ਹਨ। ਮਾਰਗੇਜ ਰੇਟ 'ਚ ਇੱਕ ਵਾਰ ਫਿਰ ਤੋਂ ਵਾਧਾ ਹੋਣ ਜਾ ਰਿਹਾ ਹੈ। ਕਈ ਵੱਡੇ ਬੈਂਕਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਮਾਰਗੇਜ ਇੱਕ ਵਾਰ ਫਿਰ ਤੋਂ ਵਧਣ ਜਾ ਰਹੀ ਹੈ। ਪਿਛਲੇ ਦਿਨੀ ਬੈਂਕ ਆਫ ਕੈਨੇਡਾ ਵੱਲੋਂ 7ਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ। ਕੈਨੇਡਾ ਵਿੱਚ ਮਾਰਗੇਜ ਕਾਸਟ ਇੱਕ ਵਾਰ ਫਿਰ ਤੋਂ ਵਧਣ ਜਾ ਰਹੀ ਹੈ, ਕਿਉਂਕਿ ਕਈ ਕੈਨੇਡਾ ਦੇ ਵੱਡੇ ਬੈਂਕਾਂ ਵੱਲੋਂ ਲੈਂਡਿੰਗ ਰੇਟਸ ਦੇ ਵਿੱਚ ਵਾਧਾ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਹੁਣ ਚਰਚਾ ਹੋ ਰਹੀ ਹੈ ਕਿ ਮਾਰਗੇਜ ਰੇਟ ਦੇ ਵਿੱਚ ਵੀ ਵਾਧਾ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ RBC, TD ਬੈਂਕ, BMO, CIBC, ਸਕੋਸ਼ੀਆ ਬੈਂਕ ਤੇ ਨੈਸ਼ਨਲ ਬੈਂਕ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ
ਕਿ ਉਹਨਾਂ ਵੱਲੋਂ ਪ੍ਰਾਈਮ ਰੇਟਸ 6.45% ਵਧਾਏ ਜਾ ਰਹੇ ਨੇ। ਇਸ ਤੋਂ ਪਹਿਲਾਂ ਇਹ ਆંકੜਾ 5.95% ਦਾ ਸੀ। ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ, ਜਿੱਥੇ 7ਵੀਂ ਵਾਰ ਵਿਆਜ ਦਰਾਂ ਵਿੱਚ 50 ਬੇਸਿਕ ਪੁਆਇੰਟਸ ਵਧਾਏ ਗਏ ਨੇ। ਵਿਆਜ ਦਰਾਂ ਹੁਣ ਵੱਧ ਕੇ 4.25% ਦੇ ਉੱਪਰ ਪਹੁੰਚ ਗਈਆਂ। ਇੱਕ ਵਾਰ ਫਿਰ ਤੋਂ ਇੰਟਰਸਟ ਰੇਟ ਵਧਾਉਣ ਤੋਂ ਬਾਅਦ ਬੈਂਕ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਵੱਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਸੰਬੰਧੀ ਇੱਕ ਕਦਮ ਚੁੱਕ ਰਹੇ ਹਨ। ਇਸ ਸਭ ਤੋਂ ਬਾਅਦ ਉਹ FSI ਚੀਫ ਦਾ ਵੀ ਇੱਕ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਜੋ ਵਾਧਾ ਹੋਇਆ ਇਸ ਨਾਲ ਸਥਿਰਤਾ ਆਵੇਗੀ। ਕੈਲਗਰੀ ਅੰਤਰਰਾਸ਼ਟਰੀ ਏਅਰਪੋਰਟ ਵੱਲੋਂ ਆਉਣ ਵਾਲੀ ਛੁੱਟੀਆਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੋਜ਼ਾਨਾ 50,000 ਦੇ ਕਰੀਬ ਟੂਰਿਸਟ ਆ ਸਕਦੇ ਨੇ, ਜਿਸ ਤੋਂ ਬਾਅਦ ਏਅਰਪੋਰਟ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਤੇ ਉਹਨਾਂ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਹਨ। ਕੈਲਗਰੀ ਏਅਰਪੋਰਟ ਛੁੱਟੀਆਂ ਦੇ ਸੀਜ਼ਨ ਦੇ ਲਈ ਪੂਰਾ ਤਿਆਰ। ਹਰ ਰੋਜ਼ 50,000 ਟੂਰਿਸਟ ਆਉਣ ਦਾ ਹੈ ਅੰਦਾਜ਼ਾ। ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਸਾਲ ਦੇ ਆਪਣੇ ਸਭ ਤੋਂ ਬਿਜ਼ੀ ਸਮੇਂ ਦੀ ਸ਼ੁਰੂਆਤ ਕਰ ਰਿਹਾ ਹੈ। 22, 23 ਅਤੇ 27 ਦਸੰਬਰ ਨੂੰ ਸਭ ਤੋਂ ਵਿਅਸਤ ਦਿਨ ਹੋਣ ਦੇ ਐਸਟੀਮੇਟ ਦੇ ਨਾਲ 16 ਦਸੰਬਰ ਤੋਂ 3 ਜਨਵਰੀ ਦੇ ਵਿਚਕਾਰ ਹਰ ਰੋਜ਼ 50,000 ਤੋਂ ਵੱਧ ਟੂਰਿਸਟ ਦੇ ਆਉਣ ਦੀ ਸੰਭਾਵਨਾ ਹੈ। ਦੱਸ ਦਈਏ ਕਿ 13 ਲੱਖ ਲੋਕ ਹਵਾਈ ਅੱਡੇ ਰਾਹੀਂ ਕੈਨੇਡਾ ਵਿੱਚ ਪਹੁੰਚ ਰਹੇ ਨੇ। ਕੈਲਗਰੀ ਏਅਰਪੋਰਟ ਅਥਾਰਟੀ ਯਾਤਰੀਆਂ ਨੂੰ ਸਮਾਂ ਬਚਾਉਣ ਅਤੇ ਉਹਨਾਂ ਦੇ ਐਕਸਪੀਰੀਅੰਸ ਨੂੰ ਹੋਰ ਮਜ਼ੇਦਾਰ ਬਣਾਉਣ ਦੇ ਲਈ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਉਡਾਨ ਭਰਨ ਤੋਂ ਪਹਿਲਾਂ ਤਿਆਰ ਰਹਿਣ ਦੇ ਲਈ ਬੰਦੋਬਸਤ ਕਰ ਰਹੀ ਹੈ। ਸੁਰੱਖਿਆ ਲਈ ਪ੍ਰੀ ਬੁਕਿੰਗ ਸੇਵਾ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਹਵਾਈ ਅੱਡਾ ਜੋ ਮਹਿਮਾਨਾਂ ਲਈ ਵੈਬਸਾਈਟ ਉੱਤੇ ਪਹੁੰਚ ਕੇ 2-3 ਦਿਨ ਪਹਿਲਾਂ ਆਪਣੀ 에ਅਰਲਾਈਨ ਫਲਾਈਟ ਨੰਬਰ ਅਤੇ ਸਮੇਂ ਦੀ ਚੋਣ ਕਰ ਸਕਦਾ ਹੈ। ਹਵਾਈ ਅੱਡਾ 15 ਦਸੰਬਰ ਤੋਂ 3 ਜਨਵਰੀ ਤੱਕ ਆਪਣੇ ਥੋੜੇ ਸਮੇਂ ਦੇ ਲੋਟਾਂ ਵਿੱਚੋਂ 20 ਮਿੰਟ ਦੀ ਮੁਫਤ ਪਾਰਕਿੰਗ ਪ੍ਰੋਵਾਈਡ ਕਰ ਰਿਹਾ ਹੈ। ਹਵਾਈ ਅੱਡਾ ਅਧਿਕਾਰੀ ਨੇ ਕਿਹਾ ਕਿ ਜਦੋਂ ਤੁਸੀਂ ਪ੍ਰੀ ਬੋਰਡ ਸਕਰੀਨਿੰਗ ਲਈ ਜਾ ਰਹੇ ਹੋ ਤਾਂ ਆਪਣੇ ਸਮਾਨ ਦੀ ਪਛਾਣ ਕਰਨਾ ਵੀ ਮਹੱਤਵਪੂਰਨ ਹੈ। ਲੈਪਟਾਪਾਂ ਵਰਗੀਆਂ ਨਿੱਜੀ ਚੀਜ਼ਾਂ ਉੱਤੇ ਸਟicker ਲਗਾਉਣਾ ਤੁਹਾਡੀਆਂ ਚੀਜ਼ਾਂ ਨੂੰ ਕਿਸੇ ਹੋਰ ਤੋਂ ਵੱਖ ਕਰਨ ਵਿੱਚ ਮਦਦ ਕਰ ਸਕਦਾ ਹੈ। ਸਰੀ ਦੇ ਨਿਊਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਪੰਜਾਬੀ ਮੂਲ ਦੇ ਵਿਅਕਤੀ ਵੱਲੋਂ ਆਪਣੀ ਘਰਵਾਲੀ ਦਾ ਕਤਲ ਕੀਤਾ ਗਿਆ। ਚਾਕੂ ਨਾਲ ਹਮਲਾ ਕਰਕੇ ਇਸ ਔਰਤ ਦਾ ਕਤਲ ਕੀਤਾ ਗਿਆ। ਆਈਹਿਟ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਜੇ ਕੋਈ ਬਹੁਤੀ ਡਿਟੇਲ ਤਾਂ ਜਨਤਕ ਨਹੀਂ ਕੀਤੀ ਗਈ। ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ ਸਰੀ ਦੇ ਨਿਊਟਨ ਤੋਂ ਸਾਹਮਣੇ ਹੈ, ਜਿੱਥੇ ਇੱਕ ਔਰਤ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਚਾਕੂ ਲੱਗਣ ਕਾਰਨ ਇਸ ਔਰਤ ਦੀ ਮੌਤ ਹੋ ਗਈ। ਸਰੀ RCMP ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਵੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 7 ਦਸੰਬਰ 9:22 ਦੇ ਕਰੀਬ ਸਾਹਮਣੇ ਆਇਆ, ਜਿੱਥੇ ਸ਼ਾਰਟ ਐਵੀਨਿਊ ਦੇ 12700 ਬਲਾਕ ਦੇ ਘਰ ਵਿੱਚ ਇੱਕ ਔਰਤ ਦੇ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇਸ ਔਰਤ ਦੀ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਤੇ ਇੱਕ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ, ਜਿਸ ਨੂੰ ਸਰੀ RCMP ਸੈੱਲਸ ਵਿੱਚ ਭੇਜਿਆ ਗਿਆ। ਸਰੀ RCMP ਦੇ ਦੱਸਣ ਮੁਤਾਬਕ ਪੀੜਤ ਅਤੇ ਸਸਪੈਕਟ ਇੱਕ ਦੂਸਰੇ ਨੂੰ ਜਾਣਦੇ ਸਨ ਤੇ ਇਸ ਮਾਮਲੇ ਦਾ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਆਪਣੇ ਹੱਥਾਂ ਵਿੱਚ ਲਈ ਗਈ, ਜਿੱਥੇ ਉਹਨਾਂ ਦਾ ਸਾਥ ਸਰੀ RCMP ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਦਿੱਤਾ ਜਾ ਰਿਹਾ ਹੈ। ਆਈਹਿਟ ਵੱਲੋਂ ਅਜੇ ਇਸ ਸੰਬੰਧੀ ਕੋਈ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਨੇ ਪੀੜਤ ਦੀ ਪਹਿਚਾਣ ਦੱਸੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1877-551-4448 ਦੇ ਉੱਪਰ ਕਾਲ ਕਰਕੇ ਆਈਹਿਟ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੁਨਾਵਤ ਵਿੱਚ ਮੌਜੂਦ ਸਨ ਤੇ ਉਹਨਾਂ ਵੱਲੋਂ ਇੰਡੀਜੀਨਸ ਕਮਿਊਨਿਟੀ ਦੀ ਤਾਰੀਫ ਕੀਤੀ ਗਈ ਹੈ। ਮੂਲ ਨਿਵਾਸੀ ਭਾਈਚਾਰੇ ਦੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਵਿੱਖ ਵਾਸਤੇ ਕਾਫੀ ਚੀਜ਼ਾਂ ਸਾਂਭ ਰਹੇ ਹਨ, ਜਿਨ੍ਹਾਂ ਦੀ ਸਾਨੂੰ ਅੱਗੇ ਜਾ ਕੇ ਬਹੁਤ ਜ਼ਰੂਰਤ ਹੋਣ ਵਾਲੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੁਨਾਵਤ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਵਾਤਾਵਰਣ ਵਾਸਤੇ ਵੱਡਾ ਐਲਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਾਰਥ ਵੈਸਟ ਟੈਰੀਟਰੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਉਹਨਾਂ ਨੇ ਮੂਲ ਨਿਵਾਸੀ ਭਾਈਚਾਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਭਵਿੱਖ ਵਾਸਤੇ ਕਿਹੜੀਆਂ ਚੀਜ਼ਾਂ ਬਚਾਉਣ ਸੰਬੰਧੀ ਉਪਰਾਲਾ ਕੀਤਾ ਜਾ ਰਿਹਾ ਹੈ। ਕੀ ਕਹਿਣਾ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Canada will provide up to $800 million to support 4 major Indigenous-led conservation projects across the country
covering almost 1 million square kilometres. Each of these projects is different because each of these projects is designed by communities, for communities. On the Pacific coast, in the Great Bear Sea, we're supporting the group representing 17 First Nations to deliver an integrated bioregional marine conservation and sustainability initiative. Heading north, you'll reach protected boreal forests, rivers and lands across the Northwest Territories in a project that's a partnership between 30 Indigenous governments across the territory, supported by the Government of Canada. From there, east and even further north, will take you to the Kiktani region and a vast network of protected waters and land, safeguarded through Inuit stewardship and governance, founded on Inuit Kauyamayuktukangit. And then south to western James Bay and the world's third largest wetland, and a vision of stewardship led by the Omashkigo Cree. ਖਬਰ ਵਿੰਡਸਰ ਤੋਂ ਸਾਹਮਣੇ ਜਿੱਥੇ ਬਲੈਕ ਸਟੱਡੀਜ਼ ਇੰਸਟੀਚਿਊਟ ਦੀ ਸ਼ੁਰੂਆਤ ਕੀਤੀ ਗਈ। ਇੱਥੇ ਫੈਸਿਲਿਟੀ ਵਿੱਚ ਵਾਧਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫੈਸਿਲਿਟੀ ਨੂੰ ਦੁੱਗਣਾ ਕੀਤਾ ਜਾਣਾ ਹੈ। ਇਸ ਸੰਬੰਧੀ ਹੋਰ ਕੀ ਡਿਟੇਲ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਵਿੰਡਸਰ 'ਚ ਬਲੈਕ ਸਟੱਡੀਜ਼ ਇੰਸਟੀਚਿਊਟ ਦੀ ਹੋਈ ਸ਼ੁਰੂਆਤ, ਫੈਕਲਟੀ ਨੂੰ ਦੁੱਗਣਾ ਕਰਨ ਦੇ ਲਈ ਭਰਤੀ ਹੋਈ ਚਾਲੂ। ਵਿੰਡਸਰ ਦੀ ਯੂਨੀਵਰਸਿਟੀ ਨੇ ਬਲੈਕ ਸਟੱਡੀਜ਼ ਇੰਸਟੀਚਿਊਟ ਦੀ ਸ਼ੁਰੂਆਤ ਕੀਤੀ ਹੈ। ਕੈਂਪਸ ਵਿੱਚ ਕਾਲੇ ਫੈਕਲਟੀਆਂ ਦੀ ਸੰਖਿਆ ਨੂੰ ਦੁੱਗਣਾ ਕਰਨ ਦੇ ਲਈ ਹੁਣ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇੰਸਟੀਚਿਊਟ ਡਾਇਰੈਕਟਰ ਨੈਟਲੀ ਡੈਲੀਆ ਡੇਕਾਰਡ ਕਹਿੰਦੀ ਹੈ ਕਿ ਬਲੈਕ ਸਟੱਡੀਜ਼ ਇੰਸਟੀਚਿਊਟ ਯੂਨੀਵਰਸਿਟੀ ਦੁਆਰਾ ਇੱਕ ਵੱਖਰਾ ਤੇ ਵਿਆਪਕ ਨਿਵੇਸ਼ ਹੈ। ਸਮਾਜ 'ਚ ਤਬਦੀਲੀ ਲਿਆਉਣ ਦੇ ਲਈ ਇੱਕ ਵੱਖਰਾ ਉਪਰਾਲਾ। ਸਤੰਬਰ 2023 ਤੋਂ ਸ਼ੁਰੂ ਹੋ ਰਹੇ ਇਸ ਕੋਰਸ ਦੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਬਲੈਕ ਸਟੱਡੀਜ਼ ਵਿੱਚ ਹੁਣ ਡਿਗਰੀ ਲੈ ਸਕਣਗੇ। ਕਾਲਿਆਂ ਦੀ ਜ਼ਿੰਦਗੀ ਦਾ ਫੈਮਿਨਿਜ਼ਮ, ਸਕੂਲ ਵਿੱਚ ਕਾਲੇ ਨਾਰੀਵਾਦ, ਸਿੱਖਿਆ ਵਿੱਚ ਕਾਲੇਪਨ ਅਤੇ ਬਿਜ਼ਨਸ ਵਿੱਚ ਵੀ ਕਾਲੇ ਲੋਕਾਂ ਦੀ ਜ਼ਿੰਦਗੀ ਦੇ ਸੰਘਰਸ਼ ਸ਼ਾਮਲ ਹੋਣਗੇ। ਸਿਹਤ ਅਸਮਾਨਤਾਵਾਂ ਨੂੰ ਬੰਦ ਕਰਨ ਅਤੇ ਕੈਨੇਡਾ ਵਿੱਚ ਕਾਲੇ ਲੋਕਾਂ ਲਈ ਕੈਨੇਡੀਅਨ ਸੁਪਨੇ ਨੂੰ ਅਸਲ ਵਿੱਚ ਸਾਕਾਰ ਕਰਨ ਬਾਰੇ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਇਹ ਕੋਰਸ। ਵਿਦਿਆਰਥੀ ਅਲਾ ਈਜ਼ਾ, ਜੋ ਕਾਲੇ ਵਿਦਿਆਰਥੀਆਂ ਦਾ ਸਮਰਥਨ ਕਰਨ ਦੇ ਲਈ ਕੈਂਪਸ ਵਿੱਚ ਇੱਕ ਸਰਗਰਮ ਵਕੀਲ ਹੈ, ਬਹੁਤ ਖੁਸ਼ ਹੈ ਕਿ BSI ਯਾਨੀ ਬਲੈਕ ਸਟੱਡੀਜ਼ ਇੰਸਟੀਚਿਊਟ ਆਖਰਕਾਰ ਹੁਣ ਅਸਲੀਅਤ ਹੈ। ਈਸਾ ਨੇ CTV ਨਿਊਜ਼ ਨੂੰ ਦੱਸਿਆ ਕਿ ਉਸਦੇ 6 ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਸਿੱਖਣ ਵਿੱਚ ਉਸਨੂੰ ਸਿਰਫ 2 ਕਾਲੇ ਪ੍ਰੋਫੈਸਰਾਂ ਦੁਆਰਾ ਪੜ੍ਹਾਇਆ ਗਿਆ ਸੀ। ਡਾਇਰੈਕਟਰ ਨੈਟਰੀ ਡੈਲੀਆ ਡੇਕਾਰਡ ਲਈ ਤਰਜੀਹੀ ਨੰਬਰ 1 ਨੂੰ ਬਦਲਣਾ। ਅਸੀਂ ਕਾਲੇ ਫੈਕਲਟੀ ਮੈਂਬਰਾਂ ਦੀ ਗਿਣਤੀ ਨੂੰ ਦੁੱਗਣਾ ਵੀ ਕਰ ਰਹੇ ਹਾਂ। ਉਹਨਾਂ ਦੱਸਿਆ ਕਿ 12 ਨੌਕਰੀਆਂ ਦੀਆਂ ਪੋਸਟਾਂ 10 ਜਨਵਰੀ 2023 ਨੂੰ ਬੰਦ ਹੋਣਗੀਆਂ। ਡੇਕਾਰਡ ਦਾ ਕਹਿਣਾ ਹੈ ਕਿ ਪਹਿਲੇ ਕੋਰਸ ਸਤੰਬਰ 2023 ਵਿੱਚ ਉਪਲਬਧ ਹੋਣਗੇ ਅਤੇ ਉਹ ਭਵਿੱਖਬਾਣੀ ਕਰਦੀ ਹੈ ਕਿ 2 ਸਾਲਾਂ ਦੇ ਅੰਦਰ ਵਿਦਿਆਰਥੀ ਬਲੈਕ ਸਟੱਡੀਜ਼ ਵਿੱਚ ਪੂਰੀ ਡਿਗਰੀ ਲਈ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ। ਅਲਬਰਟਾ ਵਿੱਚ ਸੰਵਿਧਾਨ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ। ਮੰਗ ਹੈ ਕਿ ਸੰਵਿਧਾਨ ਵਿੱਚ ਬਦਲਾਵ ਕੀਤੇ ਜਾਣ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਕਿ ਜੇਕਰ ਸੰਵਿਧਾਨ ਵਿੱਚ ਬਦਲਾਵ ਨਹੀਂ ਕੀਤੇ ਗਏ ਤਾਂ ਕਿਹੜੀ ਚੀਜ਼ ਦਾ ਸਾਹਮਣਾ ਕਰਨਾ ਪਵੇਗਾ। ਅਲਬਰਟਾ 'ਚ ਉੱਠ ਰਹੀ ਹੈ ਨਵੀਂ ਮੰਗ, ਸੰਵਿਧਾਨ ਬਦਲੋ ਜਾਂ ਕਰੋ ਰੈਫਰੈਂਡਮ ਦਾ ਸਾਹਮਣਾ। ਅਲਬਰਟਾ ਸੂਬੇ ਦੇ ਨਵੇਂ ਪਾਸ ਕੀਤੇ ਪ੍ਰਭੂਸੱਤਾ ਐਕਟ ਦੇ ਇੱਕ ਆਰਕੀਟੈਕਟ ਦਾ ਕਹਿਣਾ ਹੈ ਕਿ ਕੈਨੇਡਾ ਦਾ ਸੰਵਿਧਾਨ ਇੱਕ ਲੀਗਲ ਦਸਤਾਵੇਜ਼ ਨਹੀਂ ਹੈ ਅਤੇ ਫੈਡਰੇਸ਼ਨ ਦੇ ਅੰਦਰ ਅਲਬਰਟਾ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਗਈ ਹੈ। ਬੈਰੀ ਕੂਪਰ ਨੇ 1980 ਅਤੇ 1990 ਦੇ ਦਹਾਕੇ ਵਿੱਚ ਕਿਊਬਿਕ ਵਿੱਚ ਸੁਤੰਤਰਤਾ ਰਾਇਸ਼ੁਮਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸੰਵਿਧਾਨ ਬਦਲਿਆ ਜਾਵੇ ਜਾਂ ਇੱਕ ਹੋਰ ਜਨਮਤ ਲਈ ਅੰਦੋਲਨ ਕਰਵਾਵਾਂਗੇ। ਕੂਪਰ ਕੈਲਗਰੀ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦਾ ਇੱਕ ਪ੍ਰੋਫੈਸਰ ਹੈ ਅਤੇ ਇੱਕ ਨੀਤੀ ਪੱਤਰ ਦੇ ਲੇਖਕਾਂ ਵਿੱਚੋਂ ਇੱਕ ਹੈ ਜਿਸ ਨੂੰ ਫ੍ਰੀ ਅਲਬਰਟਾ ਰਣਨੀਤੀ ਕਿਹਾ ਜਾਂਦਾ ਹੈ, ਜਿਸ ਨੂੰ ਸੰਯੁਕਤ ਕੈਨੇਡਾ ਐਕਟ ਦੇ ਅੰਦਰ ਅਲਬਰਟਾ ਪ੍ਰਭੂਸੱਤਾ ਲਈ ਅਣਅਧਿਕਾਰਿਤ ਬਲੂਪ੍ਰਿੰਟ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਸੰਯੁਕਤ ਕੈਨੇਡਾ ਐਕਟ ਵੀ ਕਿਹਾ ਜਾ ਰਿਹਾ। ਦ ਕਰੰਟ ਉੱਤੇ ਮੈਟ ਗੈਲੇਵੋ ਨਾਲ ਗੱਲ ਕਰਦੇ ਹੋਏ ਕੂਪਰ ਨੇ ਕਿਹਾ ਕਿ ਕੈਨੇਡਾ ਭਾਵੇਂ ਇੱਕ ਫੈਡਰੇਸ਼ਨ ਹੈ ਪਰ ਉਸਨੇ ਕਦੇ ਵੀ ਅਜਿਹਾ ਕੰਮ ਨਹੀਂ ਕੀਤਾ। ਉਸਨੇ ਕਿਹਾ ਕਿ ਹੁਣ ਇਸ ਨੂੰ ਬਦਲਣ ਦਾ ਸਮਾਂ ਆ ਚੁੱਕਿਆ ਹੈ। ਜੇ ਕੈਨੇਡਾ ਅਜਿਹਾ ਨਹੀਂ ਕਰਨਾ ਚਾਹੁੰਦਾ ਤਾਂ ਸਾਡੇ ਕੋਲ ਇੱਕ ਹੋਰ ਵਿਕਲਪ ਹੈ ਆਪਣੇ ਹਿੱਤਾਂ ਦੀ ਰੱਖਿਆ ਕਰਨ ਦੇ ਲਈ, ਤੇ ਉਹ ਵਿਕਲਪ ਹੋਵੇਗਾ ਰੈਫਰੈਂਡਮ ਦਾ। ਪਿਛਲੇ ਦਿਨੀ ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਵਨਪ੍ਰੀਤ ਕੌਰ ਨਾਮਕ ਪੰਜਾਬੀ ਮੂਲ ਦੀ ਲੜਕੀ ਦਾ ਕਤਲ ਕੀਤਾ ਗਿਆ। ਇਸ ਬਾਰੇ ਪੁਲਿਸ ਵੱਲੋਂ ਅਪਡੇਟ ਜਾਰੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਵੀਡੀਓ ਵੀ ਸਾਂਝੀ ਕੀਤੀ ਹੈ।
ਜੋ ਸਸਪੈਕਟ ਹੈ ਉਸ ਬਾਰੇ ਵੀ ਕਾਫੀ ਗੱਲਾਂ ਦਾ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਜ਼ਿਕਰ ਕੀਤਾ ਗਿਆ। ਕੀ ਇਹ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪਵਨਪ੍ਰੀਤ ਕਤਲ ਮਾਮਲੇ 'ਚ ਦੋਸ਼ੀ ਦੀ ਭਾਲ ਪੁਲਿਸ ਨੇ ਜਾਰੀ ਕੀਤੀ ਨਵੀਂ ਵੀਡੀਓ। ਬੀਤੇ ਸ਼ਨੀਵਾਰ 21 ਸਾਲਾ ਪਵਨਪ੍ਰੀਤ ਕੌਰ ਨੂੰ ਮਿਸੀਸਾਗਾ ਓਨਟਾਰੀਓ ਵਿੱਚ ਇੱਕ ਪੈਟਰੋ ਕੈਨੇਡਾ ਵਿੱਚ ਕਈ ਵਾਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਦੇਰ ਰਾਤ ਮਿਸੀਸਾਗਾ ਗੈਸ ਸਟੇਸ਼ਨ ਦੇ ਇੱਕ 21 ਸਾਲਾ ਕਰਮਚਾਰੀ ਦੀ ਘਾਤਕ ਗੋਲੀਬਾਰੀ ਨਾਲ ਸ਼ਿਕਾਰ ਬਣਾ ਕੇ ਮਾਰ ਦਿੱਤਾ ਗਿਆ। ਸ਼ੱਕੀ ਵਿਅਕਤੀ ਹੱਤਿਆ ਤੋਂ ਕੁਝ ਘੰਟੇ ਪਹਿਲਾਂ ਸਾਈਕਲ ਉੱਤੇ ਜਾ ਰਿਹਾ ਸੀ। ਬਰੈਂਪਟਨ ਨਿਵਾਸੀ ਪਵਨਪ੍ਰੀਤ ਕੌਰ ਦੀ ਰਾਤ ਕਰੀਬ 10:40 ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਾਜ਼ਾ ਅਪਡੇਟ ਤੋਂ ਪਤਾ ਲੱਗਾ ਹੈ ਕਿ ਪਵਨਪ੍ਰੀਤ ਕੌਰ ਗੈਸ ਸਟੇਸ਼ਨ ਦੇ ਅਗਲੇ ਦਰਵਾਜ਼ੇ ਤੋਂ ਬਾਹਰ ਨਿਕਲੀ ਸੀ ਜਦੋਂ ਉਸ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਘਟਨਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਾਂਚ ਕਰ ਰਹੇ ਅਧਿਕਾਰੀ ਨੇ ਸ਼ੱਕੀ ਬਾਰੇ ਵਾਧੂ ਜਾਣਕਾਰੀ ਦਿੱਤੀ ਹੈ ਅਤੇ ਸਾਈਕਲ ਉੱਤੇ ਸ਼ੱਕੀ ਦੀ ਨਿਗਰਾਨੀ ਵੀਡੀਓ ਰਿਲੀਜ਼ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ। ਅਧਿਕਾਰੀ ਲੀਚ ਨੇ ਕਿਹਾ ਕਿ ਵਿਆਪਕ ਵੀਡੀਓ ਕੈਨਵੈਸਿੰਗ ਅਤੇ ਗਵਾਹਾਂ ਦੀਆਂ ਇੰਟਰਵਿਊਆਂ ਰਾਹੀਂ ਜਾਂਚਕਰਤਾਵਾਂ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ 3 ਘੰਟੇ ਪਹਿਲਾਂ ਕਤਲੇਆਮ ਦੇ ਦ੍ਰਿਸ਼ ਦੇ ਆਸ-ਪਾਸ ਪੈਦਲ ਜਾ ਰਿਹਾ ਸੀ। ਇਸ ਸਮਾਂ ਸੀਮਾ ਦੇ ਦੌਰਾਨ ਉਹਨਾਂ ਨੂੰ ਪੈਦਲ ਅਤੇ ਸਾਈਕਲ ਦੀ ਸਵਾਰੀ ਕਰਦੇ ਦੇਖਿਆ ਗਿਆ। ਹੋ ਸਕਦਾ ਹੈ ਕਿ ਸ਼ੱਕੀ ਵਿਅਕਤੀ ਪਹਿਲਾਂ ਇਸ ਟਿਕਾਣੇ ਉੱਤੇ ਗਿਆ ਹੋਵੇ ਜਾਂ ਨਹੀਂ। ਲੀਚ ਨੇ ਕਿਹਾ ਕਿ ਸ਼ੱਕੀ ਨੇ ਹੁੱਡ, ਗੂੜੇ ਸਰਦੀਆਂ ਦੇ ਬੂਟ, ਗੂੜੇ ਪੈਂਟ ਅਤੇ ਚਿੱਟੇ ਦਸਤਾਨੇ ਵਾਲੀ 3/4 ਲੰਬੀ ਵਾਲੀ ਗੂੜੀ ਜੈਕਟ ਪਾਈ ਹੋਈ ਸੀ। ਲੀਚ ਨੇ ਕਿਹਾ ਕਿ ਸ਼ੱਕੀ ਨੇ ਪੀੜਤ ਨੂੰ ਨੇੜਿਓਂ ਗੋਲੀ ਮਾਰਨ ਤੋਂ ਥੋੜੀ ਦੇਰ ਪਹਿਲਾਂ ਤੱਕ ਆਪਣੇ ਸਿਰ ਉੱਤੇ ਹੁੱਡ ਨਹੀਂ ਖਿੱਚੀ। ਲੀਚ ਨੇ ਕਿਹਾ ਕਿ ਗੋਲੀਬਾਰੀ ਤੋਂ ਬਾਅਦ ਸ਼ੱਕੀ ਕ੍ਰੈਡਿਟ ਵਿਊ ਰੋਡ ਦੇ ਪਾਰ ਪੱਛਮ ਵੱਲ ਬ੍ਰਿਟੇਨੀਆ ਰੋਡ ਅਤੇ ਕ੍ਰੈਮਗ੍ਰੀਨ ਸਰਕਲ ਵੱਲ ਦੌੜਿਆ। ਲੀਚ ਨੇ ਕਿਹਾ ਕਿ ਪੁਲਿਸ ਨੇ ਉਸ ਸਾਈਕਲ ਨੂੰ ਜ਼ਬਤ ਕਰ ਲਿਆ ਜੋ ਸ਼ੱਕੀ ਵਰਤ ਰਿਹਾ ਸੀ। ਉਸ ਨੇ ਕਿਹਾ ਕਿ ਇਹ ਚੋਰੀ ਦੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਸਮਾਨ ਸਾਈਕਲ ਹੈ ਉਸ ਦੀ ਜਾਂਚ ਕਰਨ ਅਤੇ ਯਕੀਨੀ ਬਣਾਉਣ ਕਿ ਇਹ ਤੁਹਾਡੇ ਕੋਲ ਅਜੇ ਵੀ ਹੈ ਜਾਂ ਨਹੀਂ। ਪੁਲਿਸ ਅਫਸਰਾਂ ਨੂੰ ਹੁਣ ਬੋਡੀ ਕੈਮਰੇ ਪਾਉਣੇ ਪੈਣਗੇ। ਇਹ ਜਾਣਕਾਰੀ ਫਰੰਟ ਲਾਈਨ ਆਫੀਸਰਸ ਦੇ ਬਾਰੇ ਸਾਹਮਣੇ ਆ ਰਹੀ ਹੈ, ਜਿੱਥੇ ਟਾਰਗੇਟ ਰੱਖਿਆ ਗਿਆ ਕਿ ਸਾਲ 2025 ਤੱਕ ਫਰੰਟ ਲਾਈਨ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਵਾਸਤੇ ਬੋਡੀ ਕੈਮਰੇ ਪਾਉਣੇ ਜ਼ਰੂਰੀ ਹੋਣਗੇ ਕਿਉਂਕਿ ਇਸ ਦੇ ਨਾਲ ਕਾਫੀ ਫਾਇਦਾ ਮਿਲੇਗਾ। ਵੈਨਕੂਵਰ 'ਚ 2025 ਤੱਕ ਸਾਰੇ ਫਰੰਟ ਲਾਈਨ ਪੁਲਿਸ ਅਫਸਰ ਪਾਉਣਗੇ ਬੋਡੀ ਕੈਮਰੇ। ਜਾਂਚ ਅਤੇ ਘਟਨਾ ਬਾਰੇ ਮਿਲੇ ਕਰੇਗੀ ਹੁਣ ਸਹੀ ਜਾਣਕਾਰੀ। ਸਿਟੀ ਕੌਂਸਲ ਨੇ ਬੁੱਧਵਾਰ ਰਾਤ ਨੂੰ ਇੱਕ ਨਵੀਂ ਯੋਜਨਾ ਸੰਬੰਧੀ ਵੋਟ ਦਿੱਤੀ ਗਈ, ਜਿਸ ਵਿੱਚ ਵੈਨਕੂਵਰ ਪੁਲਿਸ ਵਿਭਾਗ ਦੇ ਸਾਰੇ ਫਰੰਟ ਲਾਈਨ ਅਫਸਰਾਂ ਨੂੰ 2025 ਤੱਕ ਡਰੈਸ ਨਾਲ ਪਾਏ ਕੈਮਰੇ ਫਿੱਟ ਕਰ ਦਿੱਤੇ ਜਾਣਗੇ। ਇਹ ਮਿਸ਼ਨ ਸਟਾਫ ਨੂੰ ਕੈਮਰਿਆਂ ਅਤੇ ਡਾਟਾ ਸਟੋਰੇਜ ਦੀ ਲਾਗਤ ਸ਼ੁਰੂ ਕਰਨ ਅਤੇ 2024 ਦੇ ਸ਼ੁਰੂ ਤੱਕ ਪ੍ਰੋਜੈਕਟ ਲਈ ਬਜਟ ਦੇ ਨਾਲ ਵਾਪਸ ਆਉਣ ਲਈ ਨਿਰਦੇਸ਼ ਦਿੰਦਾ ਹੈ। 2025 ਤੱਕ ਬੋਡੀ ਕੈਮਰਿਆਂ ਦਾ ਰੋਲ ਆਊਟ ਮੇਅਰ ਕੈਨ ਸਿਮ ਦੀ ABC ਪਾਰਟੀ ਦਾ ਮੁੱਖ ਚੋਣ ਵਾਅਦਾ ਸੀ। ਸਿਮ ਨੇ ਕੌਂਸਲ ਬਹਿਸ ਦੌਰਾਨ ਕਿਹਾ ਕਿ ਮੈਂ ਬੋਡੀ ਕੈਮਰਿਆਂ ਦਾ ਇਸ ਅਰਥ ਵਿੱਚ ਸਮਰਥਨ ਕਰਦਾ ਹਾਂ ਕਿ ਉਹ ਜਾਂਚ ਦੇ ਖਰਚਿਆਂ ਨੂੰ ਘਟਾਉਣਗੇ ਅਤੇ ਲੋਕਾਂ ਨੂੰ ਜਵਾਬਦੇਹ ਬਣਾਉਣਗੇ। ਫਿਲਹਾਲ ਯੋਜਨਾ ਨੂੰ ਸਿਟੀ ਹਾਲ ਦਾ ਪੂਰਾ ਸਮਰਥਨ ਨਹੀਂ ਮਿਲਿਆ। ਓਨਟਾਰੀਓ ਵਿੱਚ ਇੱਕ ਨਵਾਂ ਬਿੱਲ ਪਾਸ ਕੀਤਾ ਗਿਆ ਜਿੱਥੇ ਮੇਅਰਾਂ ਨੂੰ ਹੁਣ ਵਾਧੂ ਸ਼ਕਤੀਆਂ ਮਿਲਣ ਜਾ ਰਹੀਆਂ ਹਨ। ਮੇਅਰਾਂ ਦੀਆਂ ਕਿਹੜੀਆਂ ਸ਼ਕਤੀਆਂ ਵਿੱਚ ਵਾਧਾ ਹੋਵੇਗਾ, ਇਸ ਦੇ ਨਾਲ ਕੀ ਫਾਇਦਾ ਹੋਣ ਜਾ ਰਿਹਾ, ਇਸ ਦੀ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ 'ਚ ਨਵਾਂ ਬਿੱਲ ਹੋਇਆ ਪਾਸ। ਟੋਰਾਂਟੋ ਅਤੇ ਓਟਵਾ ਮੇਅਰ ਦੀਆਂ ਮਜ਼ਬੂਤ ਹੋਣਗੀਆਂ ਸ਼ਕਤੀਆਂ। ਓਨਟਾਰੀਓ ਸਰਕਾਰ ਨੇ ਇੱਕ ਨਵਾਂ ਬਿੱਲ ਪਾਸ ਕਰ ਦਿੱਤਾ ਹੈ ਜੋ ਦੋ ਵੱਡੇ ਸ਼ਹਿਰਾਂ ਦੇ ਮੇਅਰਾਂ ਨੂੰ ਟੋਰਾਂਟੋ 'ਚ ਚੁਣੇ ਹੋਏ ਪ੍ਰਤੀਨਿਧੀਆਂ ਦੁਆਰਾ ਰਾਖਵੇਂ ਕਰਨ ਦੇ ਬਾਵਜੂਦ ਕੌਂਸਲ ਦੇ 1/3 ਤੋਂ ਵੱਧ ਸਮਰਥਨ ਨਾਲ ਕੁਝ ਉਪ ਨਿਯਮਾਂ ਨੂੰ ਪਾਸ ਕਰਨ ਦੀ ਸਮਰੱਥਾ ਦੇਵੇਗਾ। ਬਿੱਲ 39, ਜਿਸ ਨੂੰ ਬੈਟਰ ਮਿਊਨਿਸਪਲ ਗਵਰਨੈਂਸ ਐਕਟ ਵੀ ਕਿਹਾ ਜਾਂਦਾ ਹੈ, ਓਟਵਾ ਅਤੇ ਟੋਰਾਂਟੋ ਨੂੰ ਪਹਿਲਾਂ ਹੀ ਦਿੱਤੀਆਂ ਗਈਆਂ ਮਜ਼ਬੂਤ ਮੇਅਰ ਸ਼ਕਤੀਆਂ ਉੱਤੇ ਆਧਾਰਿਤ ਹੈ। ਨਵੇਂ ਕਾਨੂੰਨ ਦੇ ਤਹਿਤ ਇਹਨਾਂ ਦੋਵਾਂ ਸ਼ਹਿਰਾਂ ਦੇ ਮੇਅਰ ਨੂੰ ਕੌਂਸਲ ਦੇ 1/3 ਤੋਂ ਵੱਧ ਵੋਟ ਨਾਲ ਸੂਬਾਈ ਤਰਜੀਹਾਂ ਨਾਲ ਸੰਬੰਧਿਤ ਉਪ ਨਿਯਮਾਂ ਦਾ ਪ੍ਰਸਤਾਵ ਅਤੇ ਸੋਧ ਕਰਨ ਦੀ ਸਮਰੱਥਾ ਦਿੱਤੀ ਜਾਵੇਗੀ। ਇਸ ਦਾ ਮਤਲਬ ਇਹ ਹੋਵੇਗਾ ਕਿ 25 ਵਿੱਚੋਂ 9 ਕੌਂਸਲਰਾਂ ਨੂੰ ਮੇਅਰ ਦੇ ਏਜੰਡੇ ਦਾ ਸਮਰਥਨ ਕਰਨ ਦੀ ਲੋੜ ਹੋਵੇਗੀ। ਆਮ ਤੌਰ ਉੱਤੇ ਸਿਟੀ ਕੌਂਸਲ ਵਿੱਚ ਕਿਸੇ ਵੀ ਚੀਜ਼ ਨੂੰ ਪਾਸ ਕਰਨ ਦੇ ਲਈ ਬਹੁਮਤ ਵੋਟ ਦੀ ਲੋੜ ਹੁੰਦੀ ਹੈ। ਗਨ ਵਾਇਲੈਂਸ ਪੀੜਤਾਂ ਵਾਸਤੇ ਅਮਰੀਕਾ ਵਿੱਚ ਸਮਾਗਮ ਕੀਤਾ ਗਿਆ ਜਿੱਥੇ ਰਾਸ਼ਟਰਪਤੀ ਬਾਈਡਨ ਵੀ ਮੌਜੂਦ ਰਹੇ। ਰਾਸ਼ਟਰਪਤੀ ਬਾਈਡਨ ਵੱਲੋਂ ਗਨ ਵਾਇਲੈਂਸ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਪੀੜਤਾਂ ਨੂੰ ਵੀ ਯਾਦ ਕੀਤਾ। ਗਨ ਵਾਇਲੈਂਸ ਦਾ ਸ਼ਿਕਾਰ ਹੋਣ ਵਾਲਿਆਂ ਲਈ ਰਾਸ਼ਟਰਪਤੀ ਬਾਈਡਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗਨ ਵਾਇਲੈਂਸ ਨਾਲ ਜੁੜੇ ਹੋਏ ਸਾਰੇ ਪੀੜਤਾਂ ਵਾਸਤੇ ਸਾਲਾਨਾ ਨੈਸ਼ਨਲ ਵਿਜਲ ਕਰਵਾਇਆ ਗਿਆ
ਜਿਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵੱਲੋਂ ਗਨ ਵਾਇਲੈਂਸ ਦਾ ਜ਼ਿਕਰ ਕੀਤਾ ਗਿਆ ਤੇ ਇਸ ਦੇ ਪ੍ਰਭਾਵਾਂ ਬਾਰੇ ਵੀ ਬੋਲਦੇ ਹੋਏ ਬਾਈਡਨ ਦਿਖਾਈ ਦਿੱਤੇ। ਹੁਣ ਇਸ ਬਾਰੇ ਉਨ੍ਹਾਂ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। More importantly, thank you for your courage. Folks, events like this are hard. They're hard for all of you because it brings back the very moment that everything happened, no matter how many years pass, no matter how many years go by. And it brings it back, but your voices matter. Your voices matter a great deal. Rector Morgan, thank you for welcoming us to St. Mark's to remember, to heal, and to fulfill a purpose. 10 years ago, this nation's vigil was created here in Washington to pray for the souls of Sandy Hook and their families. Ever since that time, this church has been opened its doors to more victims and more families of a violence that rips at the very soul of this nation. To all of you here tonight, it's under different circumstances, but I know a little bit what the loss feels like. It'll be an anniversary on the 18th of this month. I lost my wife and daughter and nearly lost my 2 sons when a tractor trailer broadsided them. And it's not long after that, an anniversary of losing my son. I know that feeling. Everyone's different, but I know that feeling. You know, it's like a black hole in the middle of your chest you're being dragged into, and you never know if there's ever a way out. And what I admire so much about all of you. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸ ਵਿੱਚ ਵਾਧਾ, ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ। 2000 ਪ੍ਰਵਾਸੀਆਂ ਨੇ ਲਿਆ ਫੈਸਲਾ, ਫੌਜ ਵਿੱਚ ਭਰਤੀ ਲਈ ਦਿੱਤੀ ਅਰਜ਼ੀ। ਮਾਰਗੇਜ ਰੇਟ ਵਿੱਚ ਹੋ ਰਿਹਾ ਵਾਧਾ, ਵੱਡੇ ਬੈਂਕਾਂ ਨੇ ਕੀਤਾ ਐਲਾਨ। ਕੈਲਗਰੀ 에ਅਰਪੋਰਟ ਛੁੱਟੀਆਂ ਦੇ ਸੀਜ਼ਨ ਲਈ ਤਿਆਰ, ਹਰ ਰੋਜ਼ 50,000 ਟੂਰਿਸਟ ਆਉਣ ਦਾ ਅੰਦਾਜ਼ਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।